ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਕਰ ਲੈਂਦੇ ਹਾਂ। ਐਨਡੀਪੀ ਦਾ ਇਮੀਗ੍ਰੇਸ਼ਨ ਬਾਰੇ ਇੱਕ ਬਿਆਨ ਸਾਹਮਣੇ ਆਇਆ ਹੈ। ਐਨਡੀਪੀ ਵੱਲੋਂ ਇਸ ਬਾਰੇ ਕੀ ਕਿਹਾ ਗਿਆ ਹੈ, ਇਸ ਬਾਰੇ ਜਾਣਕਾਰੀ ਸਾਂਝੀ ਕਰਿਓ। ਬਿਲਕੁਲ ਜੀ। ਐਨਡੀਪੀ ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ, ਉਹਨਾਂ ਵੱਲੋਂ ਤੇ ਜਿਹੜੇ ਇਮੀਗ੍ਰੇਸ਼ਨ ਮਾਮਲਿਆਂ ਦੇ ਉਹਨਾਂ ਦੀ ਪਾਰਟੀ ਦੇ ਕ੍ਰਿਟਿਕ ਨੇ, ਉਹਨਾਂ ਵੱਲੋਂ ਇੱਕ ਗੱਲਬਾਤ ਜਿਹੜੀ ਉਹ ਕੀਤੀ ਗਈ ਆ। ਸੋ ਉਹਦੇ ਵਿੱਚ ਉਹਨਾਂ ਨੇ ਕੈਨੇਡਾ ਸਰਕਾਰ ਤੋਂ ਇੱਕ ਮੰਗ ਰੱਖੀ ਹੈ, ਕਿਉਂਕਿ ਅਸੀਂ ਦੇਖਿਆ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਤਾਂ ਇੱਕਦਮ ਜਿਹੜੇ ਹੈਲਥ ਵਰਕਰ ਸੀ ਉਹਨਾਂ ਦੀ ਬੁੱਕਤ ਵੀ ਬਹੁਤ ਵਧੀ, ਉਹਨਾਂ ਦੀ ਕਮੀ ਵੀ ਜਿਹੜੀ ਉਹ ਸਾਹਮਣੇ ਆਈ ਔਰ ਇੱਕ ਹਿਸਾਬ ਨਾਲ ਕੈਨੇਡਾ ਦੇ ਹੈਲਥ ਸਿਸਟਮ ਉੱਤੇ ਜਿਹੜਾ ਸੀ ਬਹੁਤ ਜ਼ਿਆਦਾ ਕੰਮ ਵੀ ਵੱਧ ਗਿਆ ਸੀ ਔਰ ਕੁਝ ਜਿਹੜੇ ਕੰਮ ਸੀ ਉਹ ਮੈਦਾਨ ਦੇ ਵਿੱਚੋਂ ਹਟ ਵੀ ਗਏ, ਕਿਉਂਕਿ ਵਾਇਰਸ ਦਾ ਪਹਿਲ ਖੌਫ ਹੀ ਇੰਨਾ ਸੀਗਾ ਕਿ ਕੁਝ ਨੇ ਕੰਮ ਕਰਨ ਤੋਂ ਇਨਕਾਰ ਵੀ ਕਰ ਦਿੱਤਾ। ਪਰ ਬਹੁਤਾਤ ਜਿਹੜੇ ਸੀ ਬਹੁਤੇ ਕਰਕੇ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਸ ਮੌਕੇ ਕੋਵਿਡ ਦੇ ਨਾਲ ਜਿਹੜੀ ਸੋ ਇੱਕ ਅੱਗੇ ਹੋ ਕੇ ਜਿਹੜੀ ਉਹ ਜੰਗ ਲੜੀ। ਪਰ ਇਹ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਕੈਨੇਡਾ ਦੇ ਵਿੱਚ ਹੈਲਥ ਵਰਕਰਾਂ ਦੀ, ਖਾਸ ਕਰਕੇ ਨਰਸਿੰਗ ਸਟਾਫ ਦੀ ਇੱਕ ਬਹੁਤ ਵੱਡੀ ਘਾਟ ਜਿਹੜੀ ਸੀ ਉਹ ਸਾਹਮਣੇ ਆਈ। ਹਾਲਾਂਕਿ ਉਹਨੂੰ ਲੈ ਕੇ ਸਰਕਾਰ ਵੱਲੋਂ ਵੀ ਪਹਿਲਾਂ ਕੁਝ ਪ੍ਰੋਗਰਾਮ ਜਿਹੜੇ ਉਹ ਚਲਾਏ ਗਏ ਨੇ, ਖਾਸ ਕਰਕੇ ਜਿਹੜਾ ਇੱਕ 90,000 ਵਾਲਾ ਪ੍ਰੋਗਰਾਮ ਜਿਹੜਾ ਸੀਗਾ TR ਤੋਂ PR, ਉਹਦੇ ਵਿੱਚ ਵੀ ਇੱਕ 20,000 ਦਾ ਕੋਟਾ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵੱਲੋਂ ਵੀ ਆਪਣੇ ਪੱਧਰ ਤੇ ਜਿਹੜਾ ਵਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਹੈਲਥ ਵਰਕਰ ਆ ਉਹਨਾਂ ਨੂੰ ਬੁਲਾਇਆ ਜਾਵੇ, ਉਹਨਾਂ ਨੂੰ PR ਦਿੱਤੀ ਜਾਵੇ। ਪਰ ਇਸੇ ਦੌਰਾਨ ਹੁਣ ਜਗਮੀਤ ਸਿੰਘ ਵੱਲੋਂ ਅਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਮੰਗ ਕੀਤੀ ਗਈ ਆ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵੱਲੋਂ ਕਿ ਜਿਹੜੇ ਹੈਲਥ ਵਰਕਰ ਨੇ, ਖਾਸ ਕਰਕੇ ਜੋ ਬਾਹਰਲੇ ਮੁਲਕਾਂ ਤੋਂ ਨਰਸਾਂ ਜਿਹੜੀਆਂ ਕੈਨੇਡਾ ਦੇ ਵਿੱਚ ਆਈਆਂ ਹੋਈਆਂ ਨੇ ਔਰ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਜਗਮੀਤ ਸਿੰਘ ਹੁਣਾਂ ਦੀ ਪਾਰਟੀ ਨੇ ਦਾਅਵਾ ਕੀਤਾ ਕਿ ਇਸ ਤਰੀਕੇ ਦੀਆਂ ਨਰਸਾਂ ਹੈਗੀਆਂ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਵਾ ਆਪਣਾ ਲਾਇਸੈਂਸ ਜਿਹੜਾ ਵਾ ਉਹ ਲੈ ਲਿਆ, ਜਿਹੜੇ ਐਗਜ਼ਾਮ ਇੱਥੇ, ਕਿਉਂਕਿ ਜਦੋਂ ਬੇਸ਼ੱਕ ਤੁਸੀਂ ਕਿਤੇ ਮੁਲਕ 'ਚੋਂ ਕੰਮ ਵੀ ਕਰਦੇ ਆ ਰਹੇ ਹੋ, ਤੁਹਾਡੇ ਕੋਲ ਕੋਈ ਲੰਬਾ ਤਜਰਬਾ ਵੀ ਹੋਵੇ ਇਸ ਫੀਲਡ ਦਾ, ਪਰ ਕੈਨੇਡਾ 'ਚ ਆ ਕੇ ਵੀ ਤੁਹਾਨੂੰ ਜਿਹੜਾ ਵਾ ਕੁਝ ਐਗਜ਼ਾਮ ਜਿਹੜੇ ਉਹ ਕਲੀਅਰ ਕਰਨੇ ਪੈਂਦੇ ਆ। ਇੱਥੇ ਤੁਹਾਨੂੰ ਜਿਹੜਾ ਲਾਇਸੈਂਸ ਹੈ ਉਹਦਾ ਲੈਣਾ ਪੈਂਦਾ, ਉਸ ਤੋਂ ਬਾਅਦ ਹੀ ਤੁਸੀਂ ਇੱਥੇ ਰਜਿਸਟਰਡ ਨਰਸ ਜਿਹੜੇ ਉਹ ਬਣ ਸਕਦੇ ਹੋ ਤੇ ਨੌਕਰੀ ਕਰ ਸਕਦੇ ਹੋ। ਔਰ ਜਗਮੀਤ ਸਿੰਘ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਬਹੁਤ ਸਾਰੇ ਅਜਿਹੀਆਂ ਵਰਕਰ ਹੈਗੀਆਂ ਨੇ, ਅਜਿਹੀਆਂ ਨਰਸਾਂ ਹੈਗੀਆਂ ਨੇ ਜੋ ਇਸ ਕਰਕੇ ਕੰਮ ਨਹੀਂ ਕਰ ਰਹੀਆਂ ਕਿਉਂਕਿ ਉਹਨਾਂ ਦੀ ਜਿਹੜੀ PR ਦੀ ਫਾਈਲ ਆ ਉਹਦੇ ਉੱਤੇ ਹੱਲੇ ਕੋਈ ਫੈਸਲਾ ਨਹੀਂ ਆਇਆ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਵੀ ਜਾਂ ਤਾਂ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ, ਉਹਨਾਂ ਨੂੰ ਵਰਕ ਪਰਮਿਟ ਵੀ ਦਿੱਤੇ ਜਾਣ ਔਰ ਇਹਦੇ ਨਾਲ ਕਹਿੰਦੇ ਸਭ ਤੋਂ ਜ਼ਰੂਰੀ ਇਹ ਆ ਕਿ ਉਹਨਾਂ ਦੀਆਂ ਜਿਹੜੀਆਂ PR ਦੀਆਂ ਫਾਈਲਾਂ ਆ ਉਹ ਜਲਦ ਤੋਂ ਜਲਦ ਕਲੀਅਰ ਕਰਕੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਕੈਨੇਡੀਅਨ ਹੈਲਥ ਸਿਸਟਮ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ, ਉਹ ਕੰਮ ਕਰ ਸਕਣ ਤੇ ਜਿਹੜਾ ਬੋਝ ਆ ਕੰਮ ਦਾ ਉਹ ਘਟਾ ਸਕਣ। ਸੋ ਇਸ ਤਰੀਕੇ ਦੀ ਮੰਗ ਜਿਹੜੀ ਆ ਉਹ ਇਸ ਵਕਤ ਜਗਮੀਤ ਸਿੰਘ ਤੇ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਉਹ ਕੀਤੀ ਗਈ ਆ। ਖਾਸ ਤੌਰ ਤੇ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਜੋ ਇੰਟਰਨੈਸ਼ਨਲੀ ਜਿਹੜੀਆਂ ਨਰਸਾਂ ਜਿਹੜੀਆਂ ਕੈਨੇਡਾ ਵਿੱਚ ਆਈਆਂ ਨੇ ਉਹਨਾਂ ਵੱਲ ਕਹਿੰਦੇ ਖਾਸ ਤਵੱਜੋ ਦੇ ਕੇ ਉਹਨਾਂ ਨੂੰ, ਜਿਨ੍ਹਾਂ ਨੇ ਲਾਇਸੈਂਸ ਲਏ ਹੋਏ ਨੇ ਕੈਨੇਡਾ 'ਚ, ਆਪਣਾ ਜਿਹੜੇ ਐਗਜ਼ਾਮ ਨੇ ਚੈਲੰਜ ਕਰਕੇ ਜਿਹੜਾ ਕਲੀਅਰ ਕਰ ਲਏ ਨੇ, ਉਹਨਾਂ ਨੂੰ PR ਫਾਈਲਾਂ ਜਿਹੜੀਆਂ ਕਲੀਅਰ ਕਰਕੇ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਵੀ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਜਿਹੜੇ ਫੈਡਰਲ ਲੈਵਲ ਦੇ ਜਿਹੜੇ ਡਰਾ ਨੇ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਉਹ ਕਿਉਂ ਨਹੀਂ ਕੱਢਿਆ ਜਾ ਰਿਹਾ, ਇਸ ਬਾਰੇ ਕੀ ਕਾਰਨ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ? ਬਿਲਕੁਲ ਜੀ, ਉਹਨਾਂ ਵੱਲੋਂ ਤਾਂ ਕੋਈ ਬਹੁਤਾ ਕਾਰਨ ਨਹੀਂ ਦੱਸਿਆ ਜਾ ਰਿਹਾ, ਪਰ ਇੱਕ ਅੰਦਾਜ਼ੇ ਜਿਹੜੇ ਉਹ ਲਗਾਏ ਜਾ ਰਹੇ ਨੇ। ਜਿਹੜੇ ਕੁਝ ਮਾਹਰ ਨੇ ਇਮੀਗ੍ਰੇਸ਼ਨ ਦੇ, ਉਹਨਾਂ ਵੱਲੋਂ ਲਗਾਤਾਰ ਜਿਹੜੇ ਆ ਉਹ ਅੰਕੜੇ ਇਕੱਠੇ ਕੀਤੇ ਜਾਂਦੇ ਨੇ ਕਿ ਕਿੰਨੀਆਂ ਫਾਈਲਾਂ ਦਾ ਜਿਹੜਾ ਉਹ ਇਸ ਵਕਤ IRCC ਕੋਲ ਬੈਕਲੌਗ ਆ ਔਰ ਕਿਸ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਕੰਮ ਕਰਨ ਦੇ ਤਰੀਕਿਆਂ ਤੋਂ ਜਿਹੜਾ ਉਹ ਸਮਝ ਜਾਂਦੇ ਆ ਕਿ ਇਸ ਵਕਤ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਸੇ ਤਰੀਕੇ ਨਾਲ ਕੁਝ ਮਾਹਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ, ਜਿਸ 'ਚ ਇਹ ਸਾਹਮਣੇ ਆਇਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਜਿਹੜੇ ਫੈਡਰਲ ਸਕਿਲਡ ਵਰਕਰ ਦੇ ਜਿਹੜੇ ਡਰਾ ਆ ਐਕਸਪ੍ਰੈਸ ਐਂਟਰੀ ਦੇ ਉਹ ਨਹੀਂ ਨਿਕਲ ਰਹੇ ਔਰ ਬਹੁਤ ਉਡੀਕ ਸੀ। ਪਹਿਲਾਂ ਤਾਂ ਇਹ ਜਤਾਇਆ ਜਾਂਦਾ ਸੀਗਾ ਕਿ ਸ਼ਾਇਦ ਟਰੈਵਲ ਬੰਦ ਆ, ਇਸ ਕਰਕੇ ਜਿਹੜਾ ਵਾ ਕਿਉਂਕਿ ਬਾਹਰੋਂ ਕੋਈ ਆ ਨਹੀਂ ਸਕਦਾ, ਧਿਆਨ ਇਹੀ ਦਿੱਤਾ ਜਾ ਰਿਹਾ ਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਆ ਉਹਨਾਂ ਨੂੰ ਵੱਧ ਤੋਂ ਵੱਧ ਪੱਕਾ ਕੀਤਾ ਜਾਵੇ। ਸੋ ਉਹ ਵੀ ਕੰਮ ਚੱਲ ਰਿਹਾ ਸੀਗਾ, ਪਰ ਹੁਣ ਜਿਹੜੀਆਂ ਕੁਝ ਅੰਕੜੇ ਨਿਕਲ ਕੇ ਸਾਹਮਣੇ ਆਏ ਆ ਜਿਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਮੀਗ੍ਰੇਸ਼ਨ ਵਿਭਾਗ ਦੇ ਕੋਲ
18 ਲੱਖ ਤੋਂ ਜਿਹੜੀਆਂ ਵੱਧ ਫਾਈਲਾਂ ਨੇ ਉਹ ਪਈਆਂ ਨੇ ਜਿਨ੍ਹਾਂ ਤੇ ਹੱਲੇ ਕੰਮ ਚੱਲ ਰਿਹਾ। ਬੈਕਲੌਗ ਦੀ ਅਸੀਂ ਗੱਲ ਕਰ ਸਕਦੇ ਹਾਂ, ਜੋ ਕਿ ਜੁਲਾਈ ਦੇ ਵਿੱਚ 15 ਲੱਖ ਫਾਈਲਾਂ ਸੀਗੀਆਂ ਤੇ ਹੁਣ ਵੱਧ ਕੇ ਉਹ 18 ਲੱਖ ਤੱਕ ਪਹੁੰਚ ਗਈ ਆ। ਸੋ ਮਾਹਰਾਂ ਦਾ ਮੰਨਣਾ ਇਹ ਆ ਕਿ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਉਹਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜਾ ਇਹ ਫਾਈਲਾਂ ਵੱਧ ਰਹੀਆਂ ਨੇ ਇਹਨਾਂ ਨੂੰ ਜਿਹੜਾ ਬੈਕਲੌਗ ਆ ਇਹਨੂੰ ਜਿਹੜਾ ਬਿਲਕੁਲ ਕਲੀਅਰ ਕੀਤਾ ਜਾਵੇ ਔਰ ਇਸ ਤੋਂ ਬਾਅਦ ਜਿਹੜਾ ਵਾ ਫਿਰ ਅੱਗੇ ਜਿਹੜੇ ਆ ਫੈਡਰਲ ਸਕਿਲਡ ਜਿਹੜੇ ਵਰਕਰ ਦੇ ਡਰਾਅ ਆ ਉਹ ਕੱਢੇ ਜਾਣ। ਔਰ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਜੇਕਰ ਇਸ ਵਕਤ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬੈਕਲੌਗ ਜਿਹੜਾ ਸੀ ਉਹ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੁਲਾਈ ਦੇ ਵਿੱਚ ਜੋ ਅੰਕੜਾ ਸਾਹਮਣੇ ਆਇਆ ਸੀ 99,968 ਐਕਸਪ੍ਰੈਸ ਐਂਟਰੀ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਹੱਲੇ ਉਹਨਾਂ ਤੇ ਕੰਮ ਹੋਣ ਵਾਲਾ ਜਿਹੜਾ ਉਹ ਬਾਕੀ ਸੀਗਾ। ਸੋ ਲਗਾਤਾਰ ਇਹਨਾਂ ਤੇ ਜਿਹੜਾ ਉਹ ਕੰਮ ਆ ਚੱਲ ਰਿਹਾ ਔਰ ਜੇਕਰ ਹੁਣ ਤੱਕ ਦੀ ਅਸੀਂ ਗੱਲ ਕਰੀਏ ਤਾਂ ਕਾਫੀ ਹੱਦ ਤੱਕ ਫਾਈਲਾਂ ਜਿਹੜੀਆਂ ਇਸ ਕਿਉਂਕਿ ਜੁਲਾਈ ਦੇ ਅੰਕੜੇ ਆ ਤੇ ਹੁਣ ਇੱਕ ਵੱਡੀ ਗਿਣਤੀ ਇਹਦੇ ਵਿੱਚੋਂ ਅਸੀਂ ਕਹੇ ਤਾਂ ਫਾਈਲਾਂ ਕਲੀਅਰ ਹੁਣ ਤੱਕ ਹੋ ਚੁੱਕੀਆਂ ਨੇ ਔਰ ਤੇਜ਼ੀ ਨਾਲ ਇਹ ਕੰਮ ਚੱਲ ਰਿਹਾ। ਸੋ ਉਮੀਦ ਇਹੀ ਕੀਤੀ ਜਾ ਰਹੀ ਆ ਕਿ ਜਦੋਂ ਹੀ ਇਹ ਫਾਈਲਾਂ ਘਟਦੀਆਂ ਨੇ ਇਹ ਬੈਕਲੌਗ ਘਟਦਾ ਆ ਉਸ ਤੋਂ ਬਾਅਦ ਜੋ ਉਡੀਕ ਕੀਤੀ ਜਾ ਰਹੀ ਹੈ ਇਸ ਵਕਤ ਸਭ ਤੋਂ ਵੱਧ ਕਿ ਫੈਡਰਲ ਸਕਿਲਡ ਵਰਕਰ ਦਾ ਜਿਹੜਾ ਡਰਾਅ ਆ ਉਹ ਜ਼ਰੂਰ ਨਿਕਲੇਗਾ। ਸੋ ਉਮੀਦ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੋਰ ਜਿਹੜੇ ਕੰਮ 'ਚ ਤੇਜ਼ੀ ਲਿਆਂਦੀ ਜਾਵੇਗੀ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਕਾਫੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਈਆਂ ਵੱਲੋਂ ਇੰਗਲੈਂਡ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ ਕਈ ਇਮੀਗ੍ਰੈਂਟਸ ਦੀ ਮੌਤ ਹੋ ਗਈ। ਇਸ ਬਾਰੇ ਤੁਹਾਡੇ ਤੋਂ ਬਾਕੀ ਡਿਟੇਲ ਜਾਣਨਾ ਚਾਹੁੰਦੇ ਹਾਂ ਕਿ ਕਿੰਨੇ ਜਾਣਿਆਂ ਦੀ ਮੌਤ ਹੋਈ ਜਾਂ ਫਿਰ ਆਫੀਸ਼ੀਅਲਸ ਵੱਲੋਂ ਇਸ ਬਾਰੇ ਹੋਰ ਕੀ ਦੱਸਿਆ ਜਾ ਰਿਹਾ ਹੈ। ਬਿਲਕੁਲ ਜੀ, ਮੇਰੇ ਖਿਆਲ ਨਾਲ ਬਹੁਤੇ ਪੰਜਾਬੀਆਂ ਨੂੰ ਇਹ ਪਤਾ ਹੀ ਹੋਣਾ ਕਿਉਂਕਿ ਇੰਗਲੈਂਡ ਦੇ ਵਿੱਚ ਜਦੋਂ ਫਰਾਂਸ ਦੇ ਜ਼ਰੀਏ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਜਿਹੜੇ ਲੋਕ ਇੰਗਲੈਂਡ ਜਾਣ ਦੇ ਚਾਹਵਾਨ ਹੁੰਦੇ ਆ ਦੁਨੀਆ ਭਰ ਤੋਂ ਜਿਹੜੇ ਪ੍ਰਵਾਸੀ ਆ ਪੰਜਾਬੀ ਵੀ ਬਹੁਤ ਵੱਡੀ ਗਿਣਤੀ ਵਿੱਚ ਇਸ ਤਰੀਕੇ ਨਾਲ ਜਿਹੜੇ ਉਹ ਇੰਗਲੈਂਡ ਨੌਜਵਾਨ ਪਹੁੰਚੇ ਆ। ਕਈ ਵਾਰ ਖਬਰਾਂ ਵੀ ਸਾਹਮਣੇ ਆਈਆਂ, ਕਈ ਵਾਰ ਨੁਕਸਾਨ ਵੀ ਹੋਇਆ। ਉੱਦਾਂ ਦੀ ਖਬਰ ਜਿਹੜੀ ਹੈ ਇਸ ਵਕਤ ਸਾਹਮਣੇ ਆ ਰਹੀ ਆ। ਸੋ ਫਰਾਂਸ ਤੋਂ ਕਈ ਵਾਰ ਅਸੀਂ ਦੇਖਿਆ ਕਿ ਉੱਥੋਂ ਟਰੱਕ ਦੇ ਜ਼ਰੀਏ ਵੀ ਬਾਰਡਰ ਪਾਰ ਕਰਕੇ ਜਿਹੜਾ ਵਾ ਯੂਰਪ ਤੋਂ ਇੰਗਲੈਂਡ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਕਈ ਵਾਰ ਲੋਕ ਸਮੁੰਦਰੀ ਰਸਤੇ ਰਾਹੀਂ ਵੀ ਜਿਹੜੀ ਕੋਸ਼ਿਸ਼ ਕਰਦੇ ਨੇ। ਸੋ ਇਹ ਇੱਕ ਘਟਨਾ ਵਾਪਰੀ ਆ ਜਿਹਦੇ ਵਿੱਚ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਆ ਕਿ ਇੱਕ ਕਿਸ਼ਤੀ ਡੁੱਬਣ ਕਾਰਨ 27 ਤੋਂ ਲੈ ਕੇ 31 ਲੋਕਾਂ ਦੀ ਮੌਤ ਹੋਣ ਦਾ ਜਿਹੜਾ ਖਦਸ਼ਾ ਉਹ ਜਤਾਇਆ ਜਾ ਰਿਹਾ। 27 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ ਔਰ ਖਦਸ਼ਾ ਇਹ ਹੈ ਕਿ 31 ਲੋਕਾਂ ਦੀ ਮੌਤ ਜਿਹੜੀ ਹੈ ਇਸ ਵਿੱਚ ਹੋਈ ਆ ਔਰ ਇਹਦੇ ਵਿੱਚ ਇਹ ਆ ਕਿ ਕੁੱਲ 34 ਜਿਹੜੇ ਵਿਅਕਤੀ ਇਸ ਕਿਸ਼ਤੀ ਦੇ ਵਿੱਚ ਜਿਹੜੇ ਉਹ ਸਵਾਰ ਸੀਗੇ। ਇੰਗਲਿਸ਼ ਚੈਨਲ ਜੋ ਕਿ ਇੱਕ ਬਹੁਤ ਭੀੜ ਭਾੜ ਵਾਲਾ ਸਮੁੰਦਰੀ ਰਸਤਾ ਆ ਜਿੱਥੋਂ ਕਾਫੀ ਵੱਡੇ ਵੱਡੇ ਜਹਾਜ਼ ਵੀ ਗੁਜ਼ਰਦੇ ਆ, ਉੱਥੋਂ ਇਹ ਜਿਹੜੀਆਂ ਛੋਟੀਆਂ ਕਿਸ਼ਤੀਆਂ ਆ ਜਿਨ੍ਹਾਂ ਵਿੱਚ ਜਾਣਾ ਬੇਹੱਦ ਖਤਰਨਾਕ ਆ। ਔਰ ਜੋ ਰਿਪੋਰਟਾਂ ਸਾਹਮਣੇ ਆਈਆਂ ਜੋ ਕੁਝ ਵਿਅਕਤੀ ਬਚੇ ਨੇ ਉਹਨਾਂ ਵੱਲੋਂ ਜਿਹੜੀ ਕੁਝ ਆਪਣੀ ਪਛਾਣ ਲੁਕੋ ਕੇ ਮੀਡੀਆ ਅਦਾਰਿਆਂ ਨਾਲ ਗੱਲਬਾਤ ਕੀਤੀ ਗਈ। ਉਹ ਕਹਿੰਦੇ ਵੀ ਸਾਨੂੰ ਐਂ ਲੱਗਦਾ ਸੀਗਾ ਕਿ ਜਦੋਂ ਅਸੀਂ ਇਸ ਕਿਸ਼ਤੀ 'ਚ ਬੈਠੇ ਆ ਕਿ 80 ਤੋਂ 90% ਤੱਕ ਇਹ ਚਾਂਸ ਹੈਗੇ ਆ ਕਿ ਉਹ ਨਹੀਂ ਬਚਣਗੇ, ਉਹਨਾਂ ਦੀ ਮੌਤ ਜਿਹੜੀ ਉਹ ਨਿਸ਼ਚਿਤ ਆ। ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਕਿਸ਼ਤੀਆਂ ਦੇ ਵਿੱਚ ਪਾਣੀ ਜਿਹੜਾ ਉਹ ਵੜ ਰਿਹਾ, ਜਿਸ ਤਰੀਕੇ ਨਾਲ ਉੱਥੇ ਲਹਿਰਾਂ ਜਿਹੜੀਆਂ ਵਾ ਉਹਨਾਂ ਕਿਸ਼ਤੀਆਂ ਨੂੰ ਘੇਰ ਰਹੀਆਂ ਨੇ। ਸੋ ਉਹ ਸਾਰਿਆਂ ਤੋਂ ਪਤਾ ਲੱਗ ਰਿਹਾ ਸੀ ਕਿ ਕਿੰਨੇ ਖਤਰਨਾਕ ਹਾਲਾਤਾਂ ਦੇ ਵਿੱਚ ਜਿਹੜਾ ਵਾ ਉਹ ਇੰਗਲੈਂਡ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਹਾਲੇ ਤੱਕ ਇਹ ਬਹੁਤੀ ਨਹੀਂ ਦੱਸਿਆ ਗਿਆ ਕਿ ਕਿਹੜੇ ਮੁਲਕਾਂ ਨਾਲ ਲੋਕ ਸੰਬੰਧਿਤ ਸੀਗੇ। ਇਹੀ ਦੱਸਿਆ ਜਾ ਰਿਹਾ ਕਿ ਸ਼ਾਇਦ ਕੁਝ ਸਮਾਲੀਅਨ ਤੇ ਅਫਗਾਨ ਜਿਹੜੇ ਲੋਕ ਆ ਸ਼ਾਇਦ ਉਹ ਇਸ ਕਿਸ਼ਤੀ 'ਚ ਹੋਰ ਮੂਲ ਦੇ ਲੋਕ ਵੀ ਹੋ ਸਕਦੇ ਆ। ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਆ। ਪਹਿਲਾਂ ਹੀ ਤਣਾਅ ਜਿਹੜਾ ਸੀ ਉਹ ਚੱਲ ਰਿਹਾ ਸੀ ਪਰ ਹੁਣ ਆ ਜਿਹੜਾ ਮਾਮਲਾ ਆਇਆ ਇਹਨੂੰ ਲੈ ਕੇ ਤਣਾਅ ਹੋਰ ਵੱਧ ਗਿਆ ਕਿਉਂਕਿ ਇੰਗਲੈਂਡ ਵੱਲੋਂ ਲਗਾਤਾਰ ਫਰਾਂਸ ਨਾਲ ਇਸ ਸੰਬੰਧੀ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਧਰਤੀ ਤੋਂ ਲਗਾਤਾਰ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਆਉਣ ਦਿੱਤਾ ਜਾ ਰਿਹਾ ਇੰਗਲੈਂਡ ਦੇ ਵਿੱਚ, ਜਦਕਿ ਫਰਾਂਸ ਵੱਲੋਂ ਕਿਹਾ ਜਾ ਰਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਨਾ ਹੋਣ ਅਤੇ ਉਹ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਇਹੋ ਜਿਹੇ ਵਿਅਕਤੀਆਂ ਨੂੰ ਰੋਕਿਆ ਜਾਵੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮਾਮਲੇ ਵਿੱਚ ਵੀ 5 ਲੋਕਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋ ਚੁੱਕੀ ਆ। ਸੋ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਅਸੀਂ ਅਕਸਰ ਸੁਣਦੇ ਆਏ ਆ ਪੰਜਾਬੀ ਨੌਜਵਾਨਾਂ ਬਾਰੇ ਵੀ ਕਿ ਕਈ ਵੱਡੀ ਘਟਨਾਵਾਂ ਵਾਪਰ ਚੁੱਕੀਆਂ ਨੇ, ਵੱਡੇ ਪੱਧਰ ਤੇ ਜਿਹੜਾ ਜਾਨੀ ਨੁਕਸਾਨ ਹੋ ਚੁੱਕਾ ਆ। ਪ੍ਰਵਾਸ ਕਿਉਂਕਿ ਪੰਜਾਬ ਦੀ ਵੀ ਇੱਕ ਵੱਡੀ ਸਮੱਸਿਆ ਆ ਔਰ ਜਿਹੜੀ ਪਿਛਲੀ ਵੱਡੀ ਘਟਨਾ ਵਾਪਰੀ ਸੀ ਉਹ ਇਰਾਕ ਦੇ ਵਿੱਚ ਵਾਪਰੀ ਸੀ ਜਿੱਥੇ 20 ਤੋਂ ਵੱਧ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦੀ ਉੱਥੇ ਮੌਤ ISI ਵੱਲੋਂ ਜਿਹੜੀ ਉਹ ਗੋਲੀ ਮਾਰ ਕੇ ਜਿਹੜੀ ਉਹ ਕਰ ਦਿੱਤੀ, ਜਿਹੜੇ ਉਹ ਸੀ ਉਹ ਮਾਰ ਦਿੱਤੇ ਗਏ ਸੀਗੇ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਿਰਫ ਪਿੰਜਰ ਆ
ਉਹ ਖੁਦਾਈ ਤੋਂ ਬਾਅਦ ਜਿਹੜੇ ਆ ਪੰਜਾਬ ਪਹੁੰਚੇ ਸੀਗੇ। ਸੋ ਇਹ ਵੀ ਇੱਕ ਇਸੇ ਤਰੀਕੇ ਦੀ ਤਰਾਸਦੀ ਆ ਜੋ ਕਿ ਚੰਗੀ ਜ਼ਿੰਦਗੀ ਲਈ ਲੋਕ ਜਿਹੜੇ ਉਹ ਇੰਗਲੈਂਡ ਦੀ ਧਰਤੀ ਤੇ ਜਾਣਾ ਚਾਹੁੰਦੇ ਸੀਗੇ, ਪਰ ਰਸਤੇ ਵਿੱਚ ਹੀ ਜਿਹੜੇ ਉਹ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ। ਜੀ ਮਨਦੀਪ ਜੀ, ਪ੍ਰੋਗਰਾਮ ਵਿੱਚ ਅਸੀਂ ਲਗਾਤਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਇਸ ਉੱਪਰ ਚਰਚਾ ਕਰਦੇ ਹਾਂ। ਕੱਲ੍ਹ ਹੀ ਅਸੀਂ ਗੱਲ ਕੀਤੀ ਕਿ ਦੱਸਿਆ ਜਾ ਰਿਹਾ ਸਰਕਾਰ ਵੱਲੋਂ ਕਿਹਾ ਗਿਆ ਕਿ ਅਗਲੇ 10 ਦਿਨ ਜਿਹੜੇ ਨੇ ਉਹ ਕਾਫੀ ਕ੍ਰਿਟੀਕਲ ਰਹਿਣ ਵਾਲੇ ਨੇ, ਪਰ ਹੁਣ ਅੱਜ ਬ੍ਰਿਟਿਸ਼ ਕੋਲੰਬੀਆ ਤੋਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਇੱਥੇ ਕੀ ਸਥਿਤੀ ਬਣੀ ਹੋਈ ਹੈ? ਬਿਲਕੁਲ ਜੀ, ਸਰਕਾਰ ਵੱਲੋਂ ਹਰ ਰੋਜ਼ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਕੰਮ ਚੱਲ ਰਹੇ ਨੇ। ਮੌਸਮ ਸੰਬੰਧੀ ਤਾਂ ਅੱਜ ਵੀ ਉਹੀ ਚੇਤਾਵਨੀ ਆ ਕਿ ਆਉਣ ਵਾਲੇ ਜਿਹੜੇ 9-10 ਦਿਨ ਨੇ, ਜੋ 8-9 ਦਿਨ ਨੇ, ਉਹ ਜਿਹੜੇ ਆ ਕਾਫੀ ਜਿਹੜੇ ਔਖੇ ਲੰਘ ਸਕਦੇ ਆ, ਕਿਉਂਕਿ ਚੇਤਾਵਨੀ ਦਿੱਤੀ ਆ ਕਿ ਹੋਰ ਜਿਹੜੇ ਆ ਉਹ ਤੂਫਾਨ ਜਿਹੜੇ ਆ, ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਆ। ਔਰ ਜਿਸ ਤਰੀਕੇ ਨਾਲ ਆਪਾਂ ਕੱਲ੍ਹ ਜਾਣਕਾਰੀ ਦਿੱਤੀ ਸੀ ਕਿ ਬੀਤੀ ਦੇਰ ਸ਼ਾਮ ਤੋਂ ਮੈਟਰੋ ਵੈਨਕੂਵਰ ਦੇ ਏਰੀਆ ਦੇ ਵਿੱਚ ਜਿਹੜਾ ਹੁਣ ਤੱਕ ਕਾਫੀ ਮੀਂਹ ਜਿਹੜਾ ਉਹ ਪੈ ਵੀ ਚੁੱਕਾ ਹੈ। ਇਸ ਵਕਤ ਬਾਹਰ ਥੋੜਾ ਜਿਹਾ ਮੀਂਹ ਰੁਕਿਆ ਹੋਇਆ, ਪਰ ਸਾਰੀ ਰਾਤ ਵੀ ਇਹ ਮੀਂਹ ਥੋੜਾ ਕਰਕੇ ਪੈਂਦਾ ਰਿਹਾ ਤੇ ਸ਼ਾਮ ਤੱਕ ਵੀ ਇਹ ਮੀਂਹ ਪੈਂਦਾ ਰਿਹਾ। ਪਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ BC ਸਰਕਾਰ ਵੱਲੋਂ ਕੁਝ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ, ਖਾਸ ਕਰਕੇ ਹਾਈਵੇ 1 ਬਾਰੇ, ਜੋ ਕਿ ਐਪਸਫੋਰਡ ਅਤੇ ਚਿਲਾਵੈਕ ਦੇ ਵਿਚਕਾਰ ਜਿਹੜਾ ਹਾਈਵੇ 1 ਆ ਉਹ ਖੋਲ੍ਹਿਆ ਜਾ ਰਿਹਾ। ਕੁਝ ਕਿਸਾਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਸੀ, ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦ ਉਹਨਾਂ ਤੱਕ ਪਹੁੰਚ ਵੀ ਕੀਤੀ ਜਾਵੇ, ਪਰ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਦੇ ਵਿੱਚ ਕਈ ਪੰਜਾਬੀ ਜਿਹੜੇ ਆ ਉਹ ਸ਼ਾਮਲ ਨੇ ਕਿਸਾਨ, ਕਿਉਂਕਿ ਐਪਸਫੋਰਡ ਦੇ ਇਲਾਕੇ ਦੇ ਵਿੱਚ, ਇਸ ਇਲਾਕੇ ਵਿੱਚ ਇੱਕ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬੀ ਕਿਸਾਨ ਨੇ ਉਹ ਫਾਰਮਿੰਗ ਕਰਦੇ ਨੇ। ਸੋ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਹੁਣ ਉਹ ਪਰਮਿਟ ਜਾਰੀ ਕਰ ਰਹੇ ਨੇ ਕਿ ਕਿਸਾਨ ਆਪਣੇ ਖੇਤਾਂ 'ਚ ਜਾ ਸਕਦੇ ਨੇ, ਆਪਣੇ ਫਾਰਮਾਂ 'ਤੇ ਜਾ ਸਕਦੇ ਆ। ਸੋ ਅੱਜ ਇੱਕ ਵਾਰ ਫੇਰ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਆ। MLA ਜਗਰੂਪ ਬਰਾੜ ਨੇ, ਸਰੀ ਫਲੀਟਪੁਰ ਤੋਂ MLA ਨੇ, ਉਹਨਾਂ ਵੱਲੋਂ ਪੰਜਾਬੀ 'ਚ ਜਾਣਕਾਰੀ ਸਾਂਝੀ ਕੀਤੀ। ਇੱਕ ਵਾਰੀ ਦਰਸ਼ਕਾਂ ਨੂੰ ਉਹਨਾਂ ਦੀ ਜ਼ਬਾਨੀ ਸੁਣਾ ਦਿੰਦੇ ਆ ਕਿ ਸਰਕਾਰ ਕੀ ਕਰ ਰਹੀ ਆ ਤੇ ਹਾਲਾਤ ਇਸ ਵਕਤ ਕੀ ਨੇ। MLA ਸਰੀ ਫਲੀਟਵੁੱਡ ਅਰਜ਼ ਕਰ ਰਿਹਾ। BC ਸਰਕਾਰ ਵੱਲੋਂ ਹਰ ਰੋਜ਼ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ ਨਵੇਂ ਪ੍ਰੋਗਰਾਮ ਐਲਾਨ ਕੀਤੇ ਜਾਂਦੇ ਆ। ਅੱਜ ਦੇ ਜਿਹੜੇ ਐਲਾਨ ਕੀਤੇ ਗਏ ਉਹਦੇ ਵਿੱਚ ਸ਼ਾਮਲ ਸਨ ਸਾਡੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਮਵਰਥ ਜੀ, ਸਾਡੇ ਜਿਹੜੇ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਮਿਨਿਸਟਰ ਨੇ ਰੌਬ ਫਲੈਮਿੰਗ ਜੀ, ਸਾਡੀ ਐਗਰੀਕਲਚਰ ਮਿਨਿਸਟਰ ਜਿਹੜੇ ਹੈਗੇ ਲੈਣਾ ਪਾਪਮ ਜੀ, ਤੇ ਉਹਦੇ ਨਾਲ ਜਿਹੜੇ ਸਾਡੇ ਮਿਊਨਿਸਪਲ ਅਫੇਅਰ ਮਿਨਿਸਟਰ ਹੈਗੇ ਆ ਜੋਜ਼ੀ ਔਸਬੋਰਨ ਜੀ, ਉਹਨਾਂ ਨੇ ਅੱਜ ਅਪਡੇਟ ਦਿੱਤੇ ਆ। ਉਹਨਾਂ ਦੀ ਸੰਖੇਪ ਸਮਰੀ ਜਿਹੜੀ ਹੈਗੀ ਆ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਨੰਬਰ 1, BC ਸਰਕਾਰ ਵੱਲੋਂ ਪਿਛਲੇ ਹਫ਼ਤੇ ਜਿਹੜੇ ਹੜ੍ਹਾਂ ਵੱਲੋਂ ਬਹੁਤ ਵੱਡੀ ਤਬਾਹੀ ਕੀਤੀ ਗਈ ਹੈ, ਉਹਦੀ ਰਿਕਵਰੀ ਲਈ, ਉਹਦੀ ਮੁੜ ਬਹਾਲੀ ਦੇ ਲਈ ਬੜੀ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ। ਔਰ ਅਗਲੇ ਹਫ਼ਤੇ ਜਿਹੜੇ ਆਉਣ ਵਾਲੇ ਤੂਫਾਨ ਨੇ ਲੜੀਵਾਰ, ਉਹਨਾਂ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਇਸ ਵੇਲੇ ਜਿਹੜਾ ਤਿਆਰੀ ਕਰਨ ਦਾ ਸਮਾਂ ਹੈ ਅਤੇ ਉਹਦੇ ਨਾਲ ਜਿਹੜਾ ਕਲਾਈਮੇਟ ਚੇਂਜ ਕੈਨੇਡਾ ਅਤੇ এনवायरमेंट ਵੱਲੋਂ ਦਿੱਤੀ ਜਾ ਰਹੀ ਜਿਹੜੀ ਪ੍ਰੈਡਿਕਸ਼ਨਸ ਹੈਗੀਆਂ ਔਰ ਸਾਡੇ ਜਿਹੜਾ ਫੋਰਕਾਸਟ ਕੀਤਾ ਜਾ ਰਿਹਾ, ਉਹਦੇ ਤੇ ਬਹੁਤ ਨੇੜਿਓਂ ਧਿਆਨ ਰੱਖਣ ਦੀ ਉਹ ਲੋੜ ਹੈਗੀ ਹੈ। ਨੰਬਰ 2, ਖੇਤੀਬਾੜੀ ਖੇਤਰ ਵਿੱਚ ਸਰਕਾਰ ਵੱਲੋਂ ਜਿਹੜਾ ਲਗਾਤਾਰ ਫਾਰਮਰਜ਼ ਨੂੰ ਰੀ-ਐਂਟਰੀ ਪਰਮਿਟ ਉਹ ਜਾਰੀ ਕੀਤੇ ਜਾ ਰਹੇ ਆ ਤਾਂ ਕਿ ਉਹ ਆਪਣੇ ਫਾਰਮਸ ਤੇ ਜਾ ਸਕਣ ਅਤੇ ਆਪਣੇ ਐਨੀਮਲ ਤੱਕ ਉਹ ਜਾ ਸਕਣ। ਇਹਦੇ ਨਾਲ ਜਿਹੜੇ ਫਾਰਮਰਜ਼ ਨੂੰ ਆਪਣਾ ਚਾਰਾ ਪਹੁੰਚਾਉਣ ਦੇ ਲਈ ਜਾਂ ਆਪਣੇ ਐਨੀਮਲ ਤੱਕ ਆਂਡੇ ਇਕੱਠੇ ਕਰਕੇ ਲਿਆਉਣ ਦੇ ਲਈ ਅਤੇ ਵੈਟ ਦੀ ਮਦਦ ਲੈਣ ਵਾਸਤੇ ਵੀ ਜਿਹੜੇ ਪਰਮਿਟ ਉਹ ਦਿੱਤੇ ਜਾ ਰਹੇ ਆ। ਇਹ ਸਾਰਾ ਕੁਝ ਕਰਨ ਦੇ ਨਾਲ ਸਾਨੂੰ ਜਿਹੜਾ ਸਾਡੀ ਸਪਲਾਈ ਚੇਨ ਹੈ ਉਸ ਨੂੰ ਮਦਦ ਮਿਲੇਗੀ। ਹੜ੍ਹਾਂ ਨਾਲ ਜਿਹੜੀਆਂ ਲੋਕਲ ਸਰਕਾਰਾਂ ਨੇ ਉਹ ਵੀ ਹੁਣ ਜਿਹੜਾ ਡਿਜ਼ਾਸਟਰ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੀ ਵਿੱਤੀ ਮਦਦ ਲੈਣ ਦੇ ਲਈ ਜਿਹੜੀਆਂ ਅਪਲਾਈ ਕਰ ਸਕਣਗੀਆਂ ਉਹ ਐਲੀਜੀਬਲ ਹਨ। ਨੰਬਰ 4, BC ਸਰਕਾਰ ਸਾਡੀ ਫੈਡਰਲ ਸਰਕਾਰ ਨਾਲ ਮਿਲ ਕੇ BC ਸਰਕਾਰ ਦੀਆਂ ਜਿਹੜੀਆਂ ਲੋਕਲ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਲੌਂਗ ਟਰਮ ਜਿਹੜੀਆਂ ਨੀਡਸ ਹੈਗੀਆਂ ਉਹਨਾਂ ਦੇ ਉੱਤੇ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ, ਵਚਨਬੱਧ ਹੈ ਤਾਂ ਕਿ ਜਿਹੜਾ ਅਸੀਂ ਪਬਲਿਕ ਇਨਫਰਾਸਟ੍ਰਕਚਰ ਜਿਹੜਾ ਫਿਊਚਰ ਦੇ ਵਿੱਚ ਬਣਾਉਣਾ ਹੈ ਉਹਨੂੰ ਬੜੀ ਸੋਚ ਸਮਝ ਕੇ ਔਰ ਇਸ ਤਰੀਕੇ ਨਾਲ ਬਣਾਈਏ ਕਿ ਜੇ ਦੁਬਾਰਾ ਉੱਥੇ ਹੜ੍ਹ ਵਗੈਰਾ ਆਉਂਦੇ ਤਾਂ ਉਹ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਣਿਆ ਰਹੇ ਤੇ ਖੜਾ ਰਹੇ। ਨੰਬਰ 5, ਸੂਮਸ ਏਰੀਏ ਵਿੱਚ ਹਾਈਵੇ 1 ਅੱਜ 2 ਵਜੇ ਜਿਹੜਾ ਬਾਅਦ ਦੁਪਹਿਰ ਖੁੱਲ੍ਹ ਚੁੱਕਿਆ ਔਰ ਇਹਦੇ ਲਈ ਕੋਈ ਵੀ ਟਰੈਵਲ ਜਿਹੜੀ ਹੈਗੀ ਹੈ ਆਰਡਰ ਜਾਰੀ ਨਹੀਂ ਕੀਤੇ ਗਏ ਔਰ ਲੋਕਾਂ ਨੂੰ ਬੇਨਤੀ ਹੈ ਕਿ ਜੇ ਤੁਹਾਡਾ ਕੋਈ ਜ਼ਰੂਰੀ ਕੰਮ ਨਹੀਂ ਤਾਂ ਇੱਥੇ ਟਰੈਵਲ ਉਹ ਨਾ ਕੀਤਾ ਜਾਵੇ। ਨੰਬਰ 6, ਕੋਕਾਹਾਲਾ ਹਾਈਵੇ ਤੇ
ਜੋ ਟੈਂਪਰੇਰੀ ਰਿਪੇਅਰ ਵਰਕ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਉਹਦੇ 2 ਮਹੀਨਿਆਂ ਦੇ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ, ਤਾਂ ਕਿ ਅਸੀਂ ਕਮਰਸ਼ੀਅਲ ਜਿਹੜੀ ਟ੍ਰੈਫਿਕ ਹੈ ਉਹ ਉੱਥੇ ਸ਼ੁਰੂ ਕਰ ਸਕੀਏ। ਨੰਬਰ 7, ਜੇ ਤੁਹਾਨੂੰ ਅਗਲੇ ਹਫ਼ਤੇ ਆਉਣ ਵਾਲੇ ਤੂਫਾਨ ਸਮੇਂ ਟਰੈਵਲ ਕਰਨ ਦੀ ਲੋੜ ਨਹੀਂ ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਘਰੇ ਰਹੋ। ਪਰ ਜੇਕਰ ਤੁਸੀਂ ਅਤੀ ਜ਼ਰੂਰੀ ਹੈ ਤੁਹਾਡੇ ਲਈ ਟਰੈਵਲ ਕਰਨਾ, ਤਾਂ ਇਹ ਜ਼ਰੂਰੀ ਧਿਆਨ ਦੇ ਵਿੱਚ ਰੱਖਣਾ ਕਿ ਤੁਹਾਡੇ ਵਹੀਕਲ ਦੇ ਵਿੱਚ ਜਿਹੜਾ ਪਾਣੀ ਹੋਣਾ ਚਾਹੀਦਾ, ਖਾਣਾ ਹੋਣਾ ਚਾਹੀਦਾ, ਗਰਮ ਕੱਪੜੇ, ਕੰਬਲ ਵਗੈਰਾ ਤੇ ਜਿਹੜੀਆਂ ਐਮਰਜੈਂਸੀ ਚੀਜ਼ਾਂ ਨੇ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਸਾਰੇ ਲੋਕਾਂ ਦਾ ਜਿਹੜੇ ਇਸ ਔਖੇ ਸਮੇਂ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਉਹਨਾਂ ਦਾ ਧੰਨਵਾਦ ਕਰਦਾ। ਔਰ ਇਹਦੇ ਨਾਲ ਹੀ ਸਾਡੇ ਅੱਜ ਦੇ ਅਪਡੇਟ ਖਤਮ ਹੁੰਦੇ ਆ। ਕੱਲ੍ਹ ਨੂੰ ਫੇਰ ਇੱਕ ਵਾਰੀ ਮੈਂ ਆਪਣੇ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗਾ। ਮਿਹਰਬਾਨੀ ਜੀ। ਸੋ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਜਗਰੂਪ ਬਰਾੜ ਨੇ ਦੱਸਿਆ, ਕਿਉਂਕਿ ਆਉਣ ਵਾਲੇ ਦਿਨਾਂ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਆ, ਜੋ ਚੇਤਾਵਨੀ ਜਾਰੀ ਕੀਤੀ ਗਈ ਤੂਫਾਨ ਨੂੰ ਲੈ ਕੇ, ਔਰ ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਕੋਸ਼ਿਸ਼ ਕਰੋ ਕਿ ਜੇ ਕੋਈ ਜ਼ਰੂਰੀ ਕੰਮ ਨਹੀਂ ਆ ਤਾਂ ਤੁਸੀਂ ਆਪਣੇ ਘਰ ਰਹੋ, ਔਰ ਜੇ ਕਿਤੇ ਜਾਣਾ ਹੀ ਪੈਂਦਾ, ਬਹੁਤ ਜ਼ਰੂਰੀ ਕੋਈ ਕੰਮ ਹੈ ਜ਼ਰੂਰੀ ਜਿੱਥੇ ਤੁਹਾਨੂੰ ਜਾਣਾ ਜ਼ਰੂਰੀ ਹੀ ਆ, ਫਿਰ ਤੁਸੀਂ ਆਪਣੀ ਕਾਰ ਦੇ ਵਿੱਚ, ਆਪਣੀ ਵਹੀਕਲ ਦੇ ਵਿੱਚ ਜਿਹੜਾ ਵਾ ਕੁਝ ਇਸ ਤਰੀਕੇ ਦਾ ਸਮਾਨ ਰੱਖੋ, ਕੰਬਲ ਰੱਖੋ, ਪਾਣੀ ਜਾਂ ਖਾਣ ਪੀਣ ਦਾ ਹੋਰ ਸਮਾਨ ਰੱਖੋ, ਜਿਹਦੇ ਨਾਲ ਕੁਝ ਸਮਾਂ ਤੁਹਾਡਾ ਲੰਘ ਜਾਵੇ। ਔਰ ਨਾਲ ਆਪਣੀਆਂ ਜ਼ਰੂਰਤ ਦੀਆਂ ਦਵਾਈਆਂ ਵੀ ਰੱਖੋ, ਕਿਉਂਕਿ ਜੇ ਕਿਤੇ ਦੁਬਾਰਾ ਉਸ ਤਰੀਕੇ ਦੇ ਹਾਲਾਤ ਬਣਦੇ ਨੇ ਤਾਂ ਤੁਸੀਂ ਉੱਥੇ ਕੁਝ ਚਿਰ ਜਿਹੜਾ ਉਹ ਸਰਵਾਈਵ ਕਰ ਸਕੋ। ਔਰ ਇਹਦੇ ਨਾਲ ਜਿਹੜੀ ਇੱਕ ਹੋਰ ਉਹਨਾਂ ਨੇ ਅਪਡੇਟ ਦਿੱਤੀ ਹੈ ਕਿ ਹਾਈਵੇ 1 ਜਿਹੜਾ ਆ ਉਹ ਅੱਜ 2 ਵਜੇ ਤੋਂ ਜਿਹੜਾ ਵਾ, ਜੋ ਕਿ ਹੁਣ ਇਸ ਵਕਤ ਖੁੱਲ ਚੁੱਕਾ ਹੈ, 2 ਵਜੇ ਉਹ ਖੁੱਲ ਜਾਣਾ ਸੀਗਾ। ਔਰ ਇਹਦੇ ਨਾਲ ਜਿਹੜਾ ਇੱਕ ਦੂਜਾ ਹਾਈਵੇ ਆ ਕੋਕਾ ਹਿੱਲ ਹਾਈਵੇ, ਜੋ ਕਿ ਕਾਫੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ, ਉਹਦੇ ਤੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੋ ਕਿ ਵੱਡੇ ਪੈਮਾਨੇ ਤੇ ਅੱਜ ਤਸਵੀਰਾਂ ਵੀ ਅਸੀਂ ਦੇਖ ਰਹੇ ਸੀਗੇ ਕਿ ਉੱਥੇ ਰਿਪੇਅਰ ਦਾ ਕੰਮ ਜਿਹੜਾ ਚੱਲ ਰਿਹਾ। ਔਰ ਉਮੀਦ ਇਹ ਆ ਸਰਕਾਰ ਨੂੰ ਕਿ 2 ਮਹੀਨਿਆਂ ਦੇ ਵਿੱਚ ਜਿਹੜਾ ਵਾ ਉਹਨੂੰ ਜਿਹੜਾ ਕਮਰਸ਼ੀਅਲ ਵਹੀਕਲ ਆ, ਜਿਹੜੀ ਸਪਲਾਈ ਚੇਨ ਜਿਹਦੇ ਨਾਲ ਚੱਲ ਸਕੇ, ਦੁਬਾਰਾ ਉੱਥੋਂ ਜਿਹੜੀ ਆ ਖੁੱਲ ਸਕੇ, ਉਹਦੇ ਲਈ ਉਹਨੂੰ ਜਿਹੜਾ ਵਾ ਉਹ ਖੋਲਿਆ ਜਾ ਸਕਦਾ ਹੈ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਕ੍ਰਾਈਮ ਨਾਲ ਜੁੜੀ ਹੋਈ ਹੈ। ਸਰੀ ਤੋਂ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਥਾਂ ਤੇ ਗੋਲੀ ਚੱਲੀ ਹੈ। ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹੁੰਦੇ ਹਾਂ ਤੇ ਨਾਲ ਇਹ ਵੀ ਦੱਸਿਓ ਕਿ ਇਹ ਗੋਲੀ ਸਰੀ ਵਿੱਚ ਕਿਸ ਥਾਂ ਦੇ ਉੱਪਰ ਚੱਲਣ ਬਾਰੇ ਇਨਫੋਰਮੇਸ਼ਨ ਸਾਹਮਣੇ ਆਈ ਹੈ। ਬਿਲਕੁਲ ਜੀ, ਇਹ ਮਾਮਲਾ ਸਾਊਥ ਸਰੀ ਤੋਂ ਸਾਹਮਣੇ ਆਇਆ, ਜਿੱਥੇ ਅੱਜ ਦੁਪਹਿਰ 12 ਵਜੇ ਆਪਣੇ ਡਰਾਈਵੇ ਦੇ ਵਿੱਚ ਹੀ ਖੜੇ ਇੱਕ ਵਿਅਕਤੀ ਉੱਤੇ ਗੋਲੀ ਚੱਲੀ ਆ। ਹਾਲਾਂਕਿ ਉਹਨੂੰ ਹਸਪਤਾਲ ਜਿਹੜਾ ਵਾ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਚੱਲ ਰਿਹਾ। ਪਰ ਇਹ ਵੀ ਨਾਲ ਖਦਸ਼ਾ ਜਤਾਇਆ ਜਾ ਰਿਹਾ ਕਿ ਇੱਕ SUV ਜਿਹੜੀ ਕਾਰ ਸੀ, ਉਹਦੇ ਵਿੱਚੋਂ ਇੱਕ ਵਿਅਕਤੀ ਨੇ ਗੋਲੀ ਚਲਾਈ ਆ, ਔਰ ਜਿਹਦੇ ਉੱਤੇ ਵਾਸ਼ਿੰਗਟਨ ਦੀਆਂ, ਜੋ ਕਿ ਗਵਾਂਢੀ ਅਮਰੀਕੀ ਸੂਬਾ ਆ, ਉੱਥੇ ਦੀ ਨੰਬਰ ਪਲੇਟ ਜਿਹੜੀ ਆ, ਲਾਇਸੈਂਸ ਪਲੇਟ ਜਿਹੜੀ ਉਹ ਵਾਸ਼ਿੰਗਟਨ ਦੀ ਦੱਸੀ ਜਾ ਰਹੀ ਆ। ਸੋ ਪੁਲਿਸ ਵੱਲੋਂ ਉਸ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ। ਸੋ ਹਾਲਾਂਕਿ ਇਸ ਸੰਬੰਧੀ ਕੀ ਕੋਈ ਅਪਡੇਟ ਆਈ ਹੈ ਕਿ ਉਹਨੂੰ ਫੜ ਲਿਆ ਗਿਆ ਜਾਂ ਨਹੀਂ ਫੜ ਲਿਆ ਗਿਆ, ਇਸ ਸੰਬੰਧੀ ਨਹੀਂ ਦੱਸਿਆ ਗਿਆ। ਪਰ ਸਾਊਥ ਸਰੀ ਤੋਂ ਇਹ ਜਿਹੜਾ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧੀ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਫਿਲਹਾਲ ਵਿਅਕਤੀ ਦਾ ਇਲਾਜ ਜਿਹੜਾ ਉਹ ਹਸਪਤਾਲ ਦੇ ਵਿੱਚ ਚੱਲ ਰਿਹਾ। ਔਰ ਪੁਸ਼ਟੀ ਨਹੀਂ ਹੋਈ ਆ, ਪਰ ਇਹ ਦੱਸਿਆ ਜਾ ਰਿਹਾ ਕਿ ਸ਼ਾਇਦ ਜਾਨਲੇਵਾ ਜ਼ਖਮ ਨਹੀਂ ਆ, ਬਚਾਅ ਜਿਹੜਾ ਵਾ ਉਹ ਵਿਅਕਤੀ ਦਾ ਹੋ ਗਿਆ ਇਸ ਹਮਲੇ ਦੇ ਵਿੱਚ, ਕਿਉਂਕਿ ਹਮਲਾ ਜਾਨਲੇਵਾ ਸੀਗਾ, ਗੋਲੀ ਚਲਾਈ ਗਈ ਆ। ਪਰ ਪੂਰੀ ਜਾਣਕਾਰੀ ਹੱਲੇ ਸਾਹਮਣੇ ਨਹੀਂ ਆਈ ਹੈ, ਕਿਉਂਕਿ ਹੱਲੇ ਕੁਝ ਹੀ ਸਮਾਂ ਪਹਿਲਾਂ ਇਹ ਘਟਨਾ ਵਾਪਰੀ ਹੈ। ਜੀ, ਇਸ ਦੇ ਨਾਲ ਹੀ ਮਨਦੀਪ ਜੀ, ਸਰੀ ਤੋਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਥਾਂ ਤੇ ਸ਼ੂਟਰ ਨਾਲ ਸੰਬੰਧਿਤ ਅਲਰਟ ਜਾਰੀ ਕੀਤਾ ਗਿਆ ਹੈ। ਇਹ ਪੂਰਾ ਕੀ ਮਾਮਲਾ ਹੈ? ਬਿਲਕੁਲ ਜੀ, ਅਸਲ ਦੇ ਵਿੱਚ ਇਹ ਸਰੀ ਨਹੀਂ, ਇਹ ਵੈਂਟਰੂ ਹੈ ਸ਼ਹਿਰ ਆ BC ਦਾ, ਉੱਥੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ RCMP ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੋਈ ਸਸਪੈਕਟ ਸ਼ੂਟਰ ਜਿਹੜਾ ਹੈ ਉਹ ਘੁੰਮ ਰਿਹਾ, ਜਿਹਦੇ ਕੋਲ ਇੱਕ ਲੌਂਗ ਗਨ ਆ। ਤੇ ਉਸ ਤੋਂ ਬਾਅਦ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਤੁਸੀਂ ਜਿੱਥੇ ਵੀ ਹੈਗੇ ਹੋ, ਆਪਣੇ ਘਰਾਂ ਦੇ ਵਿੱਚੋਂ ਕਿਸੇ ਬਿਜ਼ਨਸ ਤੇ ਹੋ ਜਾਂ ਕਿਤੇ ਵੀ ਸ਼ੈਲਟਰ ਹੈ ਤੁਹਾਡੇ ਕੋਲ, ਤਾਂ ਤੁਸੀਂ ਉੱਥੇ ਆਪਣੇ ਆਪ ਨੂੰ ਜਿਹੜਾ ਵਾ ਉੱਥੇ ਥੋੜੇ ਚਿਰ ਲਈ ਰੁਕ ਜਾਓ, ਆਪਣੇ ਦਰਵਾਜ਼ੇ ਜਿਹੜੇ ਉਹ ਲੌਕ ਕਰ ਲਓ। ਔਰ ਉਸ ਤੋਂ ਬਾਅਦ ਜਿਹੜਾ ਸੀ ਫਿਰ ਇੱਕ ਸਸਪੈਕਟ ਜਿਹੜਾ ਸੀ ਉਹ RCMP ਵੱਲੋਂ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ, ਜਿਸ ਤੋਂ ਬਾਅਦ ਇਹ ਅਲਰਟ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀਗਾ। ਹਾਲਾਂਕਿ ਜਦੋਂ ਇਹ ਅਲਰਟ ਜਿਹੜਾ ਉਹ ਆਇਆ ਸੀ ਸਾਹਮਣੇ, ਤਾਂ ਇੱਕ ਤਰ੍ਹਾਂ ਦਾ ਕਾਫੀ ਪੈਨਿਕ ਵੀ ਮਾਹੌਲ ਹੋ ਗਿਆ ਸੀ, ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਨਾਰਥ ਅਮਰੀਕਾ ਦੇ ਵਿੱਚ ਇਸ ਤਰੀਕੇ ਦੀਆਂ ਬਹੁਤ ਖਤਰਨਾਕ ਘਟਨਾਵਾਂ ਵਾਪਰ ਜਾਂਦੀਆਂ ਨੇ, ਜਿੱਥੇ ਕੁਝ ਵਿਅਕਤੀਆਂ ਵੱਲੋਂ ਜਨਤਕ ਥਾਵਾਂ ਤੇ ਸ਼ੂਟਿੰਗ ਦੀਆਂ ਘਟਨਾਵਾਂ ਵਾਪਰਦੀਆਂ ਨੇ। ਕੈਨੇਡਾ 'ਚ ਵੀ ਇੱਕਾ ਦੁੱਕਾ ਥਾਵਾਂ ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਸੋ ਇਸ ਕਰਕੇ ਪੁਲਿਸ ਨੇ ਜਿਹੜਾ ਸੀ ਲੋਕਾਂ ਨੂੰ ਚੇਤੰਨ ਰਹਿਣ ਲਈ ਕਹਿ ਦਿੱਤਾ ਸੀਗਾ, ਆਪਣੇ ਆਪ ਨੂੰ ਘਰਾਂ 'ਚ ਲੌਕ ਕਰਨ ਲਈ ਕਹਿ ਦਿੱਤਾ ਸੀ, ਪਰ ਪੁਲਿਸ ਵੱਲੋਂ ਸਸਪੈਕਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹ ਅਲਰਟ ਜਿਹੜਾ ਵਾ ਵਾਪਸ ਲੈ ਲਿਆ ਗਿਆ ਵਾ।
ਜੀ ਮਨਦੀਪ ਜੀ, ਇੱਕ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਕਿਸ ਤਰ੍ਹਾਂ ਕੈਨੇਡਾ ਵਿੱਚ ਹੋਮਿਸਾਈਡ ਦੇ ਮਾਮਲੇ ਵਧਦੇ ਜਾ ਰਹੇ ਨੇ। ਇੱਕ ਕਾਫੀ ਲੰਬੇ ਸਮੇਂ ਤੋਂ ਬਾਅਦ ਦੇਖਿਆ ਗਿਆ ਕਿ 2020 ਚ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇਸ ਬਾਰੇ ਰਿਪੋਰਟ ਵਿੱਚ ਕਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ? ਬਿਲਕੁਲ ਜੀ, ਬੀਤੇ ਕਈ ਸਾਲਾਂ ਤੋਂ ਇਸ ਗੱਲ ਦੀ ਜਿਹੜੀ ਚਰਚਾ ਉਹ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਕ੍ਰਾਈਮ ਹੈ ਇੱਕ ਵਾਰੀ ਫੇਰ ਵੱਧ ਰਿਹਾ। ਹਾਲਾਂਕਿ ਇਸ ਜਿਹੜਾ ਰਿਪੋਰਟ ਸਾਹਮਣੇ ਆਈ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ 2020 ਦੇ ਵਿੱਚ 940 ਤੋਂ ਵੱਧ ਜਿਹੜੇ ਆ ਉਹ ਹੋਮਿਸਾਈਡ ਦੀਆਂ ਘਟਨਾਵਾਂ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਪੂਰੇ ਕੈਨੇਡਾ ਦੇ ਵਿੱਚ। ਔਰ ਇੰਨੀਆਂ ਹੀ ਘਟਨਾਵਾਂ ਜਿਹੜੀਆਂ ਆ ਇਹਦੇ ਆਸ-ਪਾਸ ਜਿਹੜੀਆਂ ਉਹ 1991 ਦੇ ਵਿੱਚ ਜਿਹੜੀਆਂ ਸੀ ਉਹ ਦਰਜ ਕੀਤੀਆਂ ਗਈਆਂ ਸੀ। ਔਰ 1991 ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਅਸੀਂ ਪੜ੍ਹ ਸਕਦੇ ਹਾਂ ਕਿ ਉਸ ਵਕਤ ਕਿਸ ਤਰੀਕੇ ਨਾਲ ਖਾਸ ਕਰਕੇ ਅੰਟਾਰੀਓ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਜਾਂ ਇੱਧਰਲੇ ਪਾਸੇ ਵੀ ਗੈਂਗਵਾਰ ਹੁੰਦੀ ਸੀ ਔਰ ਬਹੁਤ ਸਾਰੇ ਹੋਮਿਸਾਈਡ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ। ਔਰ ਇਸ ਵਾਰ ਵੀ ਜਿਹੜਾ ਇਹ ਘਟਨਾਵਾਂ ਵਾਪਰੀਆਂ, ਹਾਲਾਂਕਿ ਇਸ ਵਾਰ ਪੈਂਡੇਮਿਕ ਦੇ ਦੌਰ ਦੇ ਵਿੱਚ ਕੁਝ ਖੜੋਤ ਜਿਹੜੀ ਜ਼ਰੂਰ ਆਈ ਸੀ, ਪਰ ਫਿਰ ਵੀ ਪਿਛਲੇ 3 ਦਹਾਕਿਆਂ ਦਾ ਜਿਹੜਾ ਕਹਿੰਦੇ ਰਿਕਾਰਡ ਹੈ ਇਸ ਵਕਤ ਤੋੜ ਦਿੱਤਾ, ਕਿਉਂਕਿ 30 ਸਾਲ ਪਹਿਲਾਂ ਦੀ ਥਾਂ ਤੇ ਅੱਜ ਫਿਰ ਕੈਨੇਡਾ ਦਾ ਹੋਮਿਸਾਈਡ ਰੇਟ ਜਿਹੜਾ ਪਹੁੰਚ ਚੁੱਕਾ ਆ। ਸੋ ਇਸ ਮਾਮਲੇ 'ਚ ਜਿਹੜਾ ਵਾ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ, ਇਹਨੂੰ ਸਰਕਾਰ ਦੇ ਅੱਗੇ ਵੀ ਚੱਕਿਆ ਜਾ ਰਿਹਾ ਔਰ ਇਹਦੇ ਨਾਲ ਜਿਹੜਾ ਵਾ ਪੁਲਿਸ ਦੀ ਕਾਰਗੁਜ਼ਾਰੀ ਵੀ ਉਹਨੂੰ ਵੀ ਜਿਹੜਾ ਵਾ ਜਵਾਬਦੇਹੀ ਬਣਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ। ਸੋ ਚਿੰਤਾ ਦੀ ਗੱਲ ਆ ਕਿ ਕ੍ਰਾਈਮ ਰੇਟ ਥੋੜਾ ਵੱਧ ਰਿਹਾ ਵਾ, ਪਰ ਇਹਦੇ ਨਾਲ ਇਹ ਵੀ ਆ ਕਿ ਕੈਨੇਡਾ ਦੇ ਵਿੱਚ ਆਬਾਦੀ ਵਧਾਉਣ ਦੀ ਕੋਸ਼ਿਸ਼ ਵੀ ਪਿੱਛੇ ਕਈ ਸਾਲਾਂ 'ਚ ਕੀਤੀ ਗਈ ਆ, ਜਿਹਦੇ ਨਾਲ ਸੁਭਾਵਿਕ ਤੌਰ ਤੇ ਜਿਹੜੀਆਂ ਫਿਰ ਇਹ ਘਟਨਾਵਾਂ ਵੀ ਵੱਧਦੀਆਂ ਨੇ। ਪਰ ਇੰਨਾ ਜ਼ਰੂਰ ਹੈ ਕਿ ਪਿਛਲੇ 3 ਦਹਾਕੇ ਦਾ ਰਿਕਾਰਡ ਇਸ ਵਾਰ ਟੁੱਟਿਆ ਜੀ। ਇਸ ਤੋਂ ਇਲਾਵਾ ਮਨਦੀਪ ਜੀ, ਇੱਕ ਕਲਾਈਮੇਟ ਚੇਂਜ ਬਾਰੇ ਵੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਵਿੱਚ ਕੀ ਦੱਸਿਆ ਜਾ ਰਿਹਾ? ਬਿਲਕੁਲ ਜੀ, ਕਿਉਂਕਿ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਇਸ ਵਕਤ ਹਾਲਾਤ ਬਣੇ ਨੇ, ਖਾਸ ਕਰਕੇ ਇਸ ਸਾਲ ਪਹਿਲਾਂ ਬਹੁਤ ਭਿਆਨਕ ਅੱਗ ਲੱਗੀ, ਹੀਟ ਵੇਵ ਆਈ, ਉਹਦੇ ਵਿੱਚ ਜਿਹੜਾ ਸੀ ਸੈਂਕੜੇ ਲੋਕਾਂ ਦੀ 700-800 ਦੇ ਕਰੀਬ ਲੋਕ ਮਾਰੇ ਗਏ। ਅੱਗਾਂ ਲੱਗੀਆਂ, ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਕਈ ਥਾਵਾਂ ਤੇ, ਜਿੱਦਾਂ ਇੱਥੇ BC ਦੇ ਵਿੱਚ ਇੱਕ ਪੂਰਾ ਸ਼ਹਿਰ ਜਿਹੜਾ ਸੀ ਉਹ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਹੁਣ ਜਿਹੜਾ ਵਾ ਜਦੋਂ ਮੌਸਮ ਬਦਲਿਆ ਤੇ ਹੁਣ ਹੜ੍ਹ ਆ ਰਹੇ ਨੇ। ਇਕੱਲੇ BC ਵਿੱਚ ਨਹੀਂ, ਇਸ ਵਕਤ ਨਿਊ ਫਾਊਂਡਲੈਂਡ ਦੇ ਵਿੱਚ ਵੀ ਭਾਰੀ ਮੀਂਹ ਪੈ ਰਹੇ ਨੇ, ਉੱਥੇ ਵੀ ਹੜ੍ਹ ਆਏ ਨੇ। ਕੈਨੇਡਾ ਦੇ ਹੋਰਨਾਂ ਇਲਾਕਿਆਂ 'ਚ ਵੀ ਹੜ੍ਹ ਆ ਰਹੇ ਨੇ। BC ਵਿੱਚ ਇਸ ਵਕਤ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ, ਨਿਊ ਫਾਊਂਡਲੈਂਡ ਵਿੱਚ ਵੀ ਸੜਕਾਂ ਟੁੱਟੀਆਂ ਨੇ। ਸੋ ਇਹ ਸਭ ਨੂੰ ਲੈ ਕੇ ਜਿਹੜੇ ਕਲਾਈਮੇਟ ਚੇਂਜ ਦੇ ਜਿਹੜੇ ਮਾਹਰ ਨੇ ਉਹ ਆਪਣਾ ਗੁੱਸਾ ਜਿਹੜਾ ਆ ਉਹ ਕੈਨੇਡਾ ਦੀ ਸਰਕਾਰ ਤੇ ਕੱਢ ਰਹੇ ਨੇ ਔਰ ਕਹਿ ਰਹੇ ਕਿ ਵਾਰ-ਵਾਰ ਜਿਹੜੀ ਸਰਕਾਰ ਆ ਉਹਦੇ ਐਫਰਟ ਜਿਹੜੇ ਨੇ ਉਹ ਫੇਲ ਹੋ ਰਹੇ ਨੇ ਔਰ ਕੋਈ ਵੀ ਵਾਅਦਾ ਇਸ ਵਕਤ ਉਹ ਕਹਿੰਦੇ ਵੀ ਪੂਰਾ ਨਹੀਂ ਹੋ ਰਿਹਾ। ਖਾਸ ਕਰਕੇ ਉਹਨਾਂ ਨੇ ਜੋ ਚਿੰਤਾ ਜ਼ਾਹਰ ਕੀਤੀ ਹੈ, ਕਹਿੰਦੇ ਵੀ ਜਿਹੜੀ ਆਇਲ ਇੰਡਸਟਰੀ ਆ ਉਹਨੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਹੜੀਆਂ ਗ੍ਰੀਨ ਗੈਸਾਂ ਆ ਉਹ ਲਗਾਤਾਰ ਵੱਧ ਰਹੀਆਂ ਨੇ। ਸੋ ਇਸ ਮਾਮਲੇ ਨੂੰ ਲੈ ਕੇ ਜਿਹੜਾ ਇਸ এনवायरमेंट ਕਮਿਸ਼ਨਰ ਨੇ ਉਹਨਾਂ ਨੇ ਜਿਹੜੀ ਉਹ ਨਾਰਾਜ਼ਗੀ ਜ਼ਾਹਰ ਕੀਤੀ ਆ ਔਰ ਉਹਨਾਂ ਨੇ ਕਿਹਾ ਕਿ ਕੈਨੇਡਾ ਕਿਸੇ ਵੇਲੇ ਲੀਡਰ ਹੁੰਦਾ ਸੀ ਇਸ ਮਾਮਲੇ ਦੇ ਵਿੱਚ, ਕਲਾਈਮੇਟ ਚੇਂਜ ਦੇ ਮਾਮਲੇ ਦੇ ਵਿੱਚ, ਖਾਸ ਕਰਕੇ এনवायरमेंट ਦੇ ਮੁੱਦਿਆਂ ਨੂੰ ਹੱਲ ਕਰਨ ਦੇ ਮਾਮਲੇ ਵਿੱਚ। ਹਾਲਾਂਕਿ ਜਸਟਿਨ ਟਰੂਡੋ ਇਸ ਵਕਤ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ, ਉਹ ਕਹਿੰਦੇ ਕਿ ਹੁਣ ਇਸ ਵਕਤ ਵੱਡੇ ਅਤੇ ਬੋਲਡ ਜਿਹੜੇ ਕਦਮ ਆ ਉਹ ਚੁੱਕਣ ਦਾ ਵੇਲਾ ਕਹਿੰਦੇ ਆ ਗਿਆ। ਉਹੀ ਕਹਿੰਦੇ ਕੈਨੇਡਾ ਦੇ ਵਾਤਾਵਰਨ ਨੂੰ ਵੀ ਬਚਾ ਸਕਦੇ ਆ ਔਰ ਕੈਨੇਡਾ ਦੀ ਇਕਨੋਮੀ ਨੂੰ ਵੀ ਉਹੀ ਕਦਮ ਬਚਾ ਸਕਦੇ ਆ। ਸੋ ਦੇਖਦੇ ਆ ਕਿ ਕਿਹੜੇ ਵੱਡੇ ਤੇ ਸਖਤ ਕਦਮ ਜਿਹੜੇ ਉਹ ਜਸਟਿਨ ਟਰੂਡੋ ਲੈਣ ਜਾ ਰਹੇ ਨੇ। ਪਰ ਫਿਲਹਾਲ ਜਿਹੜੇ এনवायरमेंट ਕਮਿਸ਼ਨਰ ਨੇ ਉਹਨਾਂ ਨੇ ਕਾਫੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ। ਜੀ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਉੱਪਰ ਵਿਚਾਰ ਚਰਚਾ ਕਰਨ ਵਾਸਤੇ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਰਾਹੀਂ ਥੋੜੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਕੈਨੇਡਾ ਨਾਓ ਪ੍ਰੋਗਰਾਮ ਵਿੱਚ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਗੱਲ ਕਰਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਲਈ ਬਣੇ ਰਹੋ TV ਪੰਜਾਬ ਦੇ ਨਾਲ।